सतगुर की साजी ਅਤੇ ਨਿਵਾਜੀ ਸਾਧ ਸੰਗਤ ਜੀ, ਆਪਣੀ ਮਨਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਾਰੇ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਫਿਰ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉदय ਸਿੰਘ ਜੀ। ਸਾਧ ਸੰਗਤ ਜੀ, ਅੱਜ ਮੇਰਾ ਵਿਸ਼ੇ ਹੈ ਪੰਥ ਦੀ ਸਾਜਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਖਾਲਸਾ ਪੰਥ ਦੀ ਸਾਜਨਾ ਕੀਤੀ, ਉਸ ਬਾਰੇ ਮੈਂ ਕੁਝ ਅਰਜ਼ਾਂ ਆਪ ਜੀ ਦੇ ਸਾਹਮਣੇ ਰੱਖਾਂਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੀ ਰਚੀ ਹੋਈ ਬਾਣੀ ਬਚਿੱਤਰ ਨਾਟਕ ਦੇ ਵਿੱਚ ਫਰਮਾਉਂਦੇ ਹਨ, ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਈ, ਜਹਾਂ ਤਹਾਂ ਤੁਮ ਧਰਮ ਬਿਥਾਰੋ, दुष्ट दोखियन पकड़ पछारो, यही काज तरा हम जनमंग, समझ ले हो साधु सब मनमंग, धर्म चलावन संत उबारन, दुष्ट सवन को मूल उपारन। सतगुरु जी फरमाते हैं कि मैं इस जगत ते इस कारण करके आया हाँ, तो मैनू अकाल पुरख ने इस वास्ते ही भेजा है कि धर्म की रखिया करनी है ते धर्म का प्रचार करना है, संतां साधां अते गौ गरीबां ਦੀ ਰੱਖਿਆ ਕਰਨੀ ਹੈ ਤੇ ਦੁਸ਼ਟਾਂ ਦਾ ਇੱਕਦਮ ਨਾਸ਼ ਕਰਨਾ ਹੈ। ਫਿਰ ਇਹ ਸਵਾਲ ਉੱਠਦਾ ਹੈ ਕਿ ਉਹ ਕਿਹੜਾ ਧਰਮ ਸੀ ਜਿਸ ਕਰਕੇ ਸਤਿਗੁਰੂ ਜੀ ਇਸ ਜਗਤ ਤੇ ਆਏ। ਧਰਮ ਤੇ ਉਹੀ ਹੈ ਭਾਰਤ ਦੇ ਰਿਸ਼ੀਆਂ ਮੁਨੀਆਂ ਦਾ ਧਰਮ, ਜਿਸ ਧਰਮ ਕਰਕੇ ਭਾਰਤ ਦਾ ਸਾਰੇ ਸੰਸਾਰ ਦੇ ਵਿੱਚ ਗੌਰਵ ਸੀ, ਮਗਰ ਸਮੇਂ ਦੇ ਗੇੜ ਕਾਰਨ ਅਤੇ ਮਲੇਸ਼ ਰਾਜ ਦੇ ਕਾਰਨ ਉਹ ਧਰਮ ਨਿਰਬਲ ਹੋ ਗਿਆ। ਇਸ ਕਾਰਨ ਜਰਵਾਣਿਆਂ ਨੇ ਭਾਰਤ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਾਡੀਆਂ ਇਸਤਰੀਆਂ ਨੂੰ ਫੜ ਕੇ ਲੈ ਜਾਂਦੇ ਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਜਾਨ ਨਿਲਾਮ ਕਰਦੇ। ਕਲਗੀਧਰ ਜੀ ਜਦੋਂ ਗੁਰਗੱਦੀ ਤੇ ਬੈਠੇ ਤੇ ਇਹ ਬਿਮਾਰੀ ਦਾ ਕਾਰਨ ਲੱਭਿਆ ਤੇ ਹੋਰ ਕੁਝ ਵੀ ਕਰਨ ਤੋਂ ਪਹਿਲਾਂ ਮਹਾਨ ਹਵਨ ਕਰਨਾ ਚਾਹਿਆ। ਹਵਨ ਦੀ ਮਰਿਆਦਾ ਇੱਕ ਉਹ ਮਰਿਆਦਾ ਹੈ ਜੋ ਪੁਰਾਤਨ ਕਾਲ ਤੋਂ ਚੱਲੀ ਆ ਰਹੀ ਹੈ। ਸਤਯੁਗ ਦੇ ਵਿੱਚ ਰਾਜੇ ਬਲੀ ਨੇ ਮਹਾਨ ਹਵਨ ਕੀਤੇ। ਤ੍ਰੇਤੇ ਯੁਗ ਦੇ ਵਿੱਚ ਵਸਿਸ਼ਠ ਜੀ ਅਤੇ ਵਿਸ਼ਵਾਮਿੱਤਰ ਜੀ ਨੇ ਕਈ ਯੱਗ ਕੀਤੇ। ਸ੍ਰੀ ਰਾਮਚੰਦਰ ਜੀ ਅਤੇ ਲక్ష్మణ ਜੀ ਨੇ ਬਾਲ ਕਾਲ ਦੇ ਵਿੱਚ ਹਵਨ ਦੀ ਸਫਲਤਾ ਵਾਸਤੇ ਸਹਾਇਤਾ ਵੀ ਕੀਤੀ। ਸ੍ਰੀ ਕ੍ਰਿਸ਼ਨ ਜੀ ਦੀ ਆਗਿਆ ਅਨੁਸਾਰ ਪਾਂਡਵਾਂ ਨੇ ਕਈ ਯੱਗ ਕੀਤੇ। ਅੱਜ ਹਵਨ ਦਾ ਨਾਮ ਸੁਣ ਕੇ ਨਵੀਂ ਤਹਿਜ਼ੀਬ ਦੇ ਅਸਰ ਹੇਠਾਂ ਆ ਕੇ ਇਹ ਆਖਦੇ ਹਨ ਕਿ ਸਿੱਖ ਕੀ ਤੇ ਹਵਨ ਕੀ, ਇਹ ਤੇ ਨਿਰੀ ਹਿੰਦਵਤਾ ਹੈ। ਪਰ ਅਸਲ ਗੱਲ ਤੇ ਇਹ ਹੈ ਕਿ ਅਸੀਂ ਹਿੰਦੂਆਂ ਤੋਂ ਵੱਖਰੇ ਕਦੋਂ ਸੀ। ਸਾਡੇ ਸਾਰੇ ਗੁਰੂ ਸਾਹਿਬਾਨ ਹਵਨ ਆਦਿ ਸਾਰੀਆਂ ਚੰਗੀਆਂ ਰੀਤੀਆਂ ਦਾ ਪ੍ਰਚਾਰ ਕਰਦੇ ਰਹੇ ਹਨ ਅਤੇ ਸਤਿਯੁਗ ਤੋਂ ਲੈ ਕੇ ਸਾਰੇ ਅਵਤਾਰਾਂ ਦੀ ਪ੍ਰਸ਼ੰਸਾ ਆਪਣੀ ਬਾਣੀ ਦੇ ਵਿੱਚ ਲਿਖਦੇ ਰਹੇ ਹਨ। ਧੰਨ ਧੰਨ ਉਹ ਰਾਮ ਵੇ ਨਵਾਜੇ, ਮਧੁਰ ਮਧੁਰ ਅਨਹਦ ਗਾਜੇ। ਇੱਥੇ ਸ੍ਰੀ ਕ੍ਰਿਸ਼ਨ ਜੀ ਬਾਰੇ ਫਰਮਾਉਂਦੇ ਹਨ। ਫਿਰ ਲਿਖਦੇ ਹਨ ਕਿ ਰਾਮ ਕਥਾ ਜੁਗ ਜੁਗ ਅਟਲ, ਸਭ ਕੋ ਭਾਖਤ ਨੇਤ, ਸੁਰਗਬਾਜ਼ ਰਘੁਵਰ ਕਰਾ ਸਗਰੀਪੁਰੀ ਸਮੇਤ। ਇੱਥੇ ਸ੍ਰੀ ਰਾਮਚੰਦਰ ਜੀ ਬਾਰੇ ਫਰਮਾਉਂਦੇ ਹਨ। ਫਿਰ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਮੰਨਿਆ ਗਿਆ ਹੈ, ਹਵਨ ਆਦਿ ਦੇ ਗੁਣ ਗਾਉਂਦੇ ਹਨ ਕਿ ਕਲਯੁਗ ਦੇ ਉਪਕਾਰ ਸੁਣ, ਜੈਸੇ ਵੇਦ ਅਥਰਵਣ ਗਾਈ, ਪਉ ਭਗਤ ਪਰਵਾਨ ਹੈ, ਯਗ ਹੋਮ ਤੋਂ ਪਰਵ ਕੁਮਾਈ। ਯਗ ਹੋਮ ਬਾਰੇ ਬਹੁਤ ਵਾਰ ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ ਆਉਂਦਾ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਵੀ ਦਸਮ ਗ੍ਰੰਥ ਦੇ ਵਿੱਚ ਸੰਕੇਤ ਦਿੰਦੇ ਹਨ। ਕਹਿੰਦੇ ਹਨ ਕਿ ਕਹੂੰ ਜੰਤਰ ਰੀਤੰ, ਕਹੂੰ ਸ਼ਸਤਰ ਧਾਰੰ, ਕਹੂੰ ਹੋਮ ਪੂਜਾ, ਕਹੂੰ ਦੇਵ ਅਰਚਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਾਂ ਪੁਰਾਤਨ ਮਰਿਆਦਾ ਨੂੰ ਬਚਾਉਣ ਲਈ ਆਪਣਾ ਬਲੀਦਾਨ ਹੀ ਦੇ ਦਿੱਤਾ, ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਦੇ ਵਿੱਚ ਫਰਮਾਉਂਦੇ ਹਨ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰਰ ਨਾ ਦਿਆ। ਅਸੀਂ ਤੇ ਅੱਜ ਜੋਤ ਜਗਾਉਣ ਤੋਂ ਵੀ ਸੰਕੋਚ ਕਰ ਰਹੇ ਹਾਂ, ਜਦ ਕਿ ਜੋਤ ਤੋਂ ਬਗੈਰ ਅਖੰਡ ਪਾਠ ਨਹੀਂ ਹੋ ਸਕਦਾ, ਵਰਨੀ ਨਹੀਂ ਹੋ ਸਕਦੀ, ਸਿਮਰਨ ਨਹੀਂ ਹੋ ਸਕਦਾ। ਜੋਤ ਬਾਰੇ ਮੈਂ ਫਿਰ ਕਦੀ ਅਰਜ਼ ਕਰਾਂਗਾ ਕਿ ਅਸੀਂ ਕਿੰਨੀਆਂ ਹੋਰ ਜ਼ਰੂਰੀ ਮਰਿਆਦਾ ਇਸੇ ਤਰ੍ਹਾਂ ਹੀ ਛੱਡਦੇ ਜਾ ਰਹੇ ਹਾਂ। ਸੋ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਵ ਦਾਸ, ਜੋ ਉਸ ਸਮੇਂ ਦਾ ਪ੍ਰਸਿੱਧ ਪੰਡਤ ਸੀ, ਉਸ ਨਾਲ ਹਵਨ ਬਾਰੇ ਗੱਲਬਾਤ ਕਰਦੇ
ਇਹ ਫਰਮਾਉਂਦੇ ਹਨ ਕਿ ਇਹ ਤੋਂ ਧਰਮ ਹਮਾਰਾ ਸਾਰ ਕਰਤ ਰਹੇ ਨਿਰਪ ਮੁਨ ਅਵਤਾਰ ਸੋ ਤੋਂ ਹੰਪੀ ਕਰਨਾ ਚਾਹੇ ਤਾਂ ਤੇ ਸਭ ਸ੍ਰਿਸ਼ਟੀ ਸੁਖ ਪਾਹੇ। ਕਿ ਇਹ ਜਿਹੜਾ ਯੱਗ ਹੋਮ ਕਰਨਾ ਸਾਡਾ ਵੀ ਧਰਮ ਹੈ ਤੇ ਜੋ ਪਹਿਲੇ ਅਵਤਾਰ ਰਿਸ਼ੀ ਮੁਨੀ ਕਰਦੇ ਰਹੇ ਹਨ ਸੋ ਅਸੀਂ ਵੀ ਕਰਨਾ ਚਾਹਾਂਗੇ, ਜਿਸ ਨਾਲ ਸਾਰੇ ਸੁਖ ਪਾਵਣਗੇ। ਤੇ ਹਵਨ ਕਰਨ ਦੇ ਕਈ ਫਲ ਵੀ ਲਿਖੇ ਹਨ, ਫਾਇਦੇ ਵੀ ਲਿਖੇ ਹਨ, ਜਿਸ ਤਰ੍ਹਾਂ ਕਿ ਹਮ ਜਬ ਹਵਨ ਯਗ ਕਰ ਵੈ ਹੈ खुश हो कन जल बहु बरसै है दुर्भिक्ष नसे अन बहुत है सुकृत सब करने लग यह है। हवन करन नाल बारिश होवेगी, बहुत अन्न होवेगा, लोग अच्छे कर्म करना शुरू कर देणगे, कायरता खत्म होवेगी, सूरबीरता आवेगी। पंथ प्रकाश दे विच इस बारे बहुत विस्तार दे नाल लिखिया है। श्री गुरु गोबिंद सिंह जी ਦੀ ਹਵਨ ਵਾਸਤੇ ਇੰਨੀ ਤੀਵਰ ਇੱਛਾ ਸੀ ਕਿ ਜੋ ਵੀ ਕੇਸ਼ਵ ਦਾਸ ਨੇ ਆਖਿਆ ਜਾਂ ਜੋ ਵੀ ਸ਼ਰਤਾਂ ਰੱਖੀਆਂ ਸਤਿਗੁਰੂ ਜੀ ਨੇ ਸਭ ਮਨਜ਼ੂਰ ਕੀਤੀਆਂ। ਜਿਸ ਤਰ੍ਹਾਂ ਕਿ 1.25 ਲੱਖ ਦਸ਼ਣਾ ਮੰਗੀ, ਸਤਿਗੁਰੂ ਜੀ ਨੂੰ ਬ੍ਰਹਮਚਰਿਆ ਦਾ ਪਾਲਣ ਕਰਨ ਵਾਸਤੇ ਆਖਿਆ, ਜ਼ਮੀਨ ਤੇ ਬਰਾਜਣ ਵਾਸਤੇ ਆਖਿਆ ਤੇ ਜ਼ਮੀਨ ਤੇ ਹੀ ਭੋਜਨ ਛਕਣ ਵਾਸਤੇ ਆਖਿਆ। 12 ਲੱਖ ਦੀ ਹਵਨ ਦੀ ਸਮੱਗਰੀ ਦੱਸੀ ਤੇ ਇਹ ਹਵਨ 11 ਮਹੀਨੇ ਚੱਲਿਆ। ਕਈ ਲਿਖਾਰੀ ਇਹ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਇਹ ਪੰਡਤਾਂ ਦਾ ਪਖੰਡ ਫਾਸ਼ ਕਰਨ ਵਾਸਤੇ ਹੀ ਕੀਤਾ। ਵਿਚਾਰਨ ਦੀ ਤੇ ਇਹ ਗੱਲ ਹੈ ਕਿ ਇੰਨਾ ਲੰਬਾ ਸਮਾਂ ਹਵਨ ਕਰਨਾ, ਇੰਨੀ ਮਹਿੰਗੀ ਸਮੱਗਰੀ, ਫਿਰ ਦਛਣਾ ਤੇ ਫਿਰ ਇੰਨੀਆਂ ਕਰੜੀਆਂ ਸ਼ਰਤਾਂ ਕਿਸੇ ਪਖੰਡ ਨੂੰ ਉਜਾਗਰ ਕਰਨ ਵਾਸਤੇ ਤਾਂ ਨਹੀਂ ਹੋਇਆ ਹੋਏਗਾ, ਕਿਉਂਕਿ ਸ੍ਰੀ ਸਤਿਗੁਰੂ ਜੀ ਦੀ ਆਪਣੀ ਹੀ ਤੀਵਰ ਇੱਛਾ ਸੀ ਇਸ ਹਵਨ ਕਰਨ ਦੀ। ਸੋ ਇਹ ਹਵਨ ਚੇਤ ਸੰਮਤ 1754 ਦੇ ਵਿੱਚ ਆਰੰਭ ਹੋਇਆ ਨੈਣਾ ਦੇਵੀ ਦੇ ਅਸਥਾਨ ਤੇ। ਸਤਿਗੁਰੂ ਜੀ ਆਪ ਮੰਤਰ ਜਾਪ ਆਰੰਭਿਆ। 4-4 5-5 ਪਹਿਰ ਲਗਾਤਾਰ ਚੌਂਕਣਾ ਮਾਰ ਕੇ ਹਵਨ ਕਰਦੇ ਹਨ। ਕੁਝ ਸਮਾਂ ਪਿੱਛੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਭ ਸ਼ਕਤੀਆਂ ਆਗ ਹਾਜ਼ਰ ਹੋਈਆਂ, ਪਰ ਸਤਿਗੁਰੂ ਜੀ ਆਪਣੇ ਧਿਆਨ ਲੱਗੇ ਰਹੇ ਤੇ ਇਹ ਜੱਗ ਸੰਪੂਰਨ ਹੋਣ ਤੋਂ ਪਹਿਲਾਂ ਬੜਾ ਭੂਚਾਲ ਆਇਆ ਤੇ ਡਰਾਕਲ ਜੋ ਸਨ ਉਹ ਸਾਰੇ ਪਹਾੜ ਤੋਂ ਉਤਰ ਆਏ, ਮਗਰ ਸਤਿਗੁਰੂ ਜੀ ਇਕੱਲੇ ਹੀ ਡਟੇ ਰਹੇ। ਫਿਰ ਬੜਾ ਪ੍ਰਕਾਸ਼ ਹੋਇਆ ਤੇ ਦੇਖਣ ਵਾਲਿਆਂ ਦੀਆਂ ਅੱਖਾਂ ਉਹ ਪ੍ਰਕਾਸ਼ ਨਾ ਸਹਾਰ ਸਕੀਆਂ। ਉਸ ਸਮੇਂ ਸ਼ਕਤੀ ਮਾਤਾ ਪ੍ਰਗਟ ਹੋਈ ਸੀ। ਮਾਤਾ ਸ਼ਕਤੀ ਸ੍ਰੀ ਸਤਿਗੁਰੂ ਜੀ ਤੇ ਬੜੀ ਪ੍ਰਸੰਨ ਹੋਈ ਅਤੇ ਆਪਣੇ ਕੋਲੋਂ ਇੱਕ ਤਲਵਾਰ ਦਿੱਤੀ, ਜਿਸ ਦਾ ਨਾਮ ਚੰਦਰਹਾਸ ਤਲਵਾਰ ਲਿਖਿਆ ਹੈ। ਅਤੇ ਇਸ ਤਲਵਾਰ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦੇ ਵਿੱਚ ਇਸ ਬਾਰੇ ਸੰਕੇਤ ਵੀ ਦਿੰਦੇ ਹਨ ਕਿ ਜਿਸ ਤਰ੍ਹਾਂ ਕਿ ਚੰਦਰਹਾਸ ਏਕੰ ਕਰਤਾਰੀ, ਦੁਤੀਆ ਧੋਪ ਗਹਿ ਤ੍ਰਿਤੀ ਕਟਾਰੀ, ਚਤੁਰਥ ਹਾਥ ਸਹਿਥੀ ਉਜਿਆਰੀ, ਗੋਫਨ ਗੁਰਜ ਕਰਤ ਚਮਕਾਰੀ। ਫਿਰ ਇੱਕ ਜਗ੍ਹਾ ਤੇ ਲਿਖਦੇ ਹਨ ਕਿ ਐਸੇ ਸ੍ਰਿੰਗ ਸੁਮੇਰ ਕੇ ਸੋਬਤ ਚੰਡ ਪ੍ਰਚੰਡ, ਚੰਦਰਹਾਸ ਕਰ ਬਰ ਤਰੇ ਜਨ ਜਮ ਲੀਨੇ ਡੰਡ। ਇੱਥੇ ਦੇਵੀ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਦੇ ਹਨ ਕਿ ਉਹ ਚੰਦਰਹਾਸ ਜੋ ਤਲਵਾਰ ਹੈ ਉਹਨਾਂ ਦੇ ਹਸਤ ਕਮਲ ਦੇ ਅੰਦਰ ਕਿਸ ਤਰ੍ਹਾਂ ਸ਼ੋਭਾ ਦੇ ਰਹੀ ਹੈ। ਸ੍ਰੀ ਸਤਿਗੁਰੂ ਜੀ ਨੇ ਦੇਵੀ ਦੇ ਦਰਸ਼ਨ ਕਰਕੇ ਨੇਤਰ ਬੰਦ ਕਰ ਲਏ ਤੇ ਸ਼ਕਤੀ ਮਾਤਾ ਸਤਿਗੁਰੂ ਜੀ ਦੇ ਨੇਤਰਾਂ ਦੇ ਵਿੱਚ ਸਮਾ ਗਈ। ਕਈ ਲਿਖਾਰੀ ਇੱਥੇ ਇਹ ਵੀ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਇੱਕ ਬਾਹਰ ਹੀ ਸਾਰੀ ਸਮੱਗਰੀ ਹਵਨ ਦੇ ਵਿੱਚ ਪਾ ਦਿੱਤੀ, ਇਸ ਕਰਕੇ ਹੀ ਇਹ ਪ੍ਰਕਾਸ਼ ਹੋਇਆ ਸੀ। ਪਰ ਵਿਚਾਰ ਕੇ ਫੇਰ ਦੇਖੀਏ ਕਿ ਸਾਰੀ ਸਮੱਗਰੀ ਨਾਲ ਇੰਨਾ ਪ੍ਰਕਾਸ਼ ਹੋ ਸਕਦਾ ਸੀ, ਕਿਉਂਕਿ ਜਿਹੜਾ ਹਵਨ ਕੁੰਡ ਹੈ ਉਹ ਕਿੱਡਾ ਕੁ ਵੱਡਾ ਹੋ ਸਕਦਾ ਸੀ ਤੇ ਉਸ ਦੇ ਵਿੱਚ ਕਿੰਨੀ ਕੁ ਸਮੱਗਰੀ ਪਾਈ ਜਾ ਸਕਦੀ ਸੀ। ਪਰ ਅਸਲੀ ਗੱਲ ਤਾਂ ਇਹੀ ਹੈ ਕਿ ਜਿਸ ਕਰਕੇ ਇਹ ਸਾਰਾ ਪਹਾੜ ਪ੍ਰਕਾਸ਼ਿਤ ਹੋਇਆ ਸੀ, ਉਹ ਪ੍ਰਕਾਸ਼ ਸ਼ਕਤੀ ਦੇਵੀ ਦੇ ਪ੍ਰਗਟ ਹੋਣ ਕਰਕੇ ਹੀ ਹੋਇਆ ਸੀ ਤੇ ਕਲਯੁਗੀ ਜੀਵ ਇਸ ਪ੍ਰਕਾਸ਼ ਨੂੰ ਨਹੀਂ ਸੀ ਸਹਾਰ ਸਕਦੇ। ਇਸ ਕਰਕੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਲਾਂਭੇ ਕਰ ਦਿੱਤਾ। ਸੋ ਸਾਰੇ ਇਸ ਪ੍ਰਕਾਸ਼ ਨੂੰ ਦੇਖ ਕੇ ਵਾਪਸ ਪਹਾੜ ਤੇ ਚੜ੍ਹ ਆਏ ਤੇ ਆ ਕੇ ਕੀ ਦੇਖਦੇ ਹਨ ਕਿ ਸਤਿਗੁਰੂ ਜੀ ਦੇ ਹੱਥਾਂ ਦੇ ਵਿੱਚ ਇੱਕ ਤਲਵਾਰ ਹੈ ਤੇ ਸਤਿਗੁਰੂ ਜੀ ਸ਼ਕਤੀ ਦੀ ਪ੍ਰਸ਼ੰਸਾ ਕਰ ਰਹੇ ਹਨ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਉਗਰਦੰਤੀ ਦੇ ਵਿੱਚ 6 ਛੰਦ ਉਚਾਰੇ ਹਨ, ਜਿਸ ਤਰ੍ਹਾਂ ਕਿ ਨਮੋ ਕਾਲ ਕਾ ਕਾਲ ਰੂਪੀ ਕਰਪਾਨੀ, ਨਮੋ ਸੁਮਨ ਸੁਮਨਾਸਨ ਭਵਾਨੀ, ਨਮੋ ਚੰਡ ਅਰ ਮੁੰਡ ਸੰਘਾਰਕਾਰੀ, ਨਮੋ ਰਕਤ ਬੀਜਾਨ ਕੇ ਪ੍ਰਾਣਹਾਰੀ, ਨਮੋ ਵੇਦ ਵਿਦਿਆ, ਨਮੋ ਯज्ञ ਰੂਪਾ, ਨਮੋ ਅੰਜਨੀ ਪੂਰਨੀ ਭੂਪ ਭੂਪਾ, ਨਮੋ ਜੈ ਅਨੰਤੀ ਭद्रकाली ਅਵਾਹੰ, ਨਮੋ ਭਗਵਤੀ
ਤੇਜਵੰਤੀ ਅਡਾਹੰ। ਫਿਰ ਆਖਰ ਦੇ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ, ਤਬ ਖੜਕ ਤਮਾਸ਼ਾ ਦੇਖੀਏ ਹਰ ਦੁਰਗੇ ਅਬਨਾਸ, ਪਕੜ ਤੇਗ ਦੁਸ਼ਟਨ ਹਤੂ ਕਰਹੁ ਧਰਮ ਪ੍ਰਕਾਸ਼, ਹਰ ਭਗਤ ਭਗਉਤੀ ਤਿਸੈ ਕੀ ਜੋ ਰਨ ਧੀਰ ਤਰੇ, ਤਹ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੇ ਪਗ ਨਾ ਤਰੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਪ੍ਰਸ਼ੰਸਾ ਬਹੁਤ ਵਾਰ ਆਪਣੀ ਬਾਣੀ ਦੇ ਵਿੱਚ ਉਚਾਰੀ ਹੈ। ਪੜ੍ਹ ਕੇ ਮਨ ਨੂੰ ਬੜਾ ਹੀ ਆਨੰਦ ਆਉਂਦਾ ਹੈ। ਜਿਸ ਤਰ੍ਹਾਂ ਕਿ ਅਕਾਲ ਉਸਤਤ ਦੇ ਵਿੱਚ ਦੀਰਘ ਤਰਭੰਗੀ ਛੰਦ ਉਚਾਰਦੇ ਹਨ। ਇਸ ਤਰ੍ਹਾਂ ਲਿਖਦੇ ਹਨ, ਦੁਰਜਨ ਦਲ ਡੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦ ਬ੍ਰਤੇ, ਚਚਰਾਸੁਰ ਮਾਰਨ ਪਤਤ ਉਦਾਹਰਨ ਨਰਕ ਨਿਵਾਰਨ ਗੂੜ ਗਤੇ, ਅਸ਼ੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ, ਜੈ ਜੈ ਹੋਸੀ ਮੈਖਾਸੁਰ ਮਰਦਨ ਰਮਕ ਪਰਦਨ ਛਤਰ ਛਤੇ। ਫਿਰ ਕਿਆ ਆਖਦੇ ਹਨ, ਅਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਦੂਸ਼ਣ ਮਹਿਕ ਮਤੇ, ਦਾਨਵ ਪ੍ਰਹਾਰਨ ਨਰਕ ਨਿਵਾਰਨ ਉਦਮ ਉਦਾਹਰਨ ਉਰਦ ਅਦੇ, ਜੈ ਜੈ ਹੋਸੀ ਮਹਿਕਾਸੁਰ ਮਰਦਨ ਰਮਕ ਪਰਦਨ ਆਦ ਬ੍ਰਿਤੇ। ਸ੍ਰੀ ਸਤਿਗੁਰੂ ਜੀ ਸ੍ਰੀ ਸਾਹਿਬ ਪਹਾੜ ਤੋਂ ਲੈ ਕੇ ਉਤਰੇ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਲੰਗਰ ਹੋਏ। ਸ੍ਰੀ ਸਤਿਗੁਰੂ ਜੀ ਦਾ ਤੇਜ ਕੋਈ ਵੀ ਸਹਾਰ ਨਹੀਂ ਸੀ ਸਕਦਾ। ਜਿਸ ਤਰ੍ਹਾਂ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਹਨ, 11 ਮਾਹ ਗੁਜਰੇ ਤਪ ਕਰਦਿਆਂ ਨੂੰ, ਚਿਹਰਾ ਪ੍ਰਗਟ ਅਸਚਰਜ ਜਮਾਲ ਹੋਇਆ, ਬ੍ਰਹਮਚਰਜ ਥੀ ਵਧਿਆ ਤੇਜ ਪਾਰਾ, ਚਿਹਰਾ ਸੇਵ ਵਾਂਗੂ ਪਖੇ ਲਾਲ ਹੋਇਆ, ਅੱਖਾਂ ਸਾਹਮਣੇ ਕੋਈ ਨਾ ਕਰ ਸਕੇ, ਮਥੇ ਨੂਰ ਭਰਪੂਰ ਕਮਾਲ ਹੋਇਆ। ਤੇ ਸਾਰੀ ਸੰਗਤਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਕਿ ਸਾਰੀਆਂ ਸੰਗਤਾਂ ਵਿਸਾਖੀ ਦੇ ਦਿਨ ਹੋਮ ਹਮਾ ਕੇ ਦਰਸ਼ਨ ਦੇਣ। ਬਹੁਤ ਵੱਡਾ ਮੇਲਾ ਹੋਵੇਗਾ। ਕੇਸਗੜ੍ਹ ਸਾਹਿਬ ਵਿਖੇ ਇਸ ਮੇਲੇ ਦਾ ਬੰਦੋਬਸਤ ਕੀਤਾ ਗਿਆ। ਸ੍ਰੀ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸੰਗਤਾਂ ਹੋਮ ਹਮਾ ਕੇ ਸ੍ਰੀ ਅਨੰਦਪੁਰ ਆ ਗਈਆਂ। ਸੋ ਵਿਸਾਖੀ ਦਾ ਉਹ ਦਿਨ ਆ ਗਿਆ। ਸ੍ਰੀ ਸਤਿਗੁਰੂ ਜੀ ਇੱਕ ਨਵੇਂ ਪੰਥ ਦੀ ਸਾਜਨਾ ਕਰਨ ਲੱਗੇ ਹਨ। ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੀ ਬਾਣੀ ਉਗਰਦੰਤੀ ਦੇ ਵਿੱਚ ਫਰਮਾਉਂਦੇ ਹਨ, ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਤ ਤੀਸਰਾ ਪੰਥ ਕੀਜੈ ਪ੍ਰਧਾਨੀ, ਜੋ ਉਪਜੈ ਮਾਰੇ ਤਾਹਿ ਸਿਮਰਨ ਨਾ ਕੀਜੈ, ਅਟਲ ਪੁਰਖ ਅਕਾਲ ਕਾ ਨਾਮ ਲੀਜੈ, ਮੜੀ ਗੋਰ ਦੇਵਲ ਮਸੀਤਾ ਗਰਾਇਨ, ਤੁਹੀ ਏਕ ਅਕਾਲ ਹਰ ਹਰ ਜਪਾਇੰਗ, ਮਿਟੇ वेद शास्त्र 18 पुराना, मिटे वांग सलवत सुनत कुराना, सकल सृष्ट एक बरन होए पलानी, धर्म नेम की जुगत किन्हू ना जानी। उस समय दो ही धर्म सन, हिंदू ते मुसलमान, ते दोनों अंदर झूठ ते गलत रीतियां आ गई सन। सतगुरु जी उस पंथ दी साजना करन लगे हन जो सिर्फ अकाल पुरख नूं ते आवेगा, क्योंकि उस समय लोग धर्म नेम नूं भुल के गलत पासे लग गए सन। फिर फरमांदे हन कि करूं खालसा पंथ तीसर परवेसा, जगह सिंह जो दे तरह नील पैसा। सतगुरु जी जिस पंथ ਦੀ ਸਾਜਨਾ ਕਰਨ ਜਾ ਰਹੇ ਹਨ, ਉਸ ਤੀਸਰੇ ਪੰਥ ਦਾ ਨਾਮ ਖਾਲਸਾ ਰੱਖ ਦਿੱਤਾ। ਖਾਲਸਾ ਪੰਥ ਦੀ ਸਾਜਨਾ ਕਰਨ ਜਾ ਰਹੇ ਹਨ ਤੇ ਖਾਲਸਾ ਪੰਥ ਦੇ ਸਿੱਖ ਜਿਹੜੇ ਨੀਲੇ ਕੱਪੜੇ ਵਾਲੇ ਤੁਰਕ ਹੋਣਗੇ ਉਹਨਾਂ ਨੂੰ ਧਰਨਗੇ, ਭਾਵ ਉਹਨਾਂ ਨੂੰ ਸੋਧਣਗੇ। ਸੋ ਸ੍ਰੀ ਸਤਿਗੁਰੂ ਜੀ ਨੇ ਪਹਿਲੇ ਅੰਮ੍ਰਿਤ ਤਿਆਰ ਕੀਤਾ। ਕਈ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਅੰਮ੍ਰਿਤ ਸਤਿਗੁਰੂ ਜੀ ਨੇ 5 ਪਿਆਰੇ ਪਰਖਣ ਤੋਂ ਬਾਅਦ ਤਿਆਰ ਕੀਤਾ, ਪਰ ਸਿਆਣੇ ਇਹ ਮੰਨਦੇ ਹਨ ਕਿ ਪਹਿਲਾਂ ਤਿਆਰ ਕੀਤਾ ਹੈ। ਸੋ ਸਤਿਗੁਰੂ ਜੀ ਨੇ 3 ਚੀਜ਼ਾਂ ਨਾਲ ਅੰਮ੍ਰਿਤ ਤਿਆਰ ਕੀਤਾ, ਜੰਤਰ, ਮੰਤਰ ਤੇ ਤੰਤਰ। ਜੰਤਰ ਜਾਣੀ ਕਿ ਸਰਬ ਲੋਹ ਦਾ ਬਾਟਾ ਅਤੇ ਖੰਡਾ, ਕਿਉਂਕਿ ਸਤਿਗੁਰੂ ਜੀ ਸਰਬ ਲੋਹ ਨੂੰ ਬਹੁਤ ਮਹਾਨਤਾ ਦਿੰਦੇ ਸਨ। ਜਿਸ ਤਰ੍ਹਾਂ ਅਕਾਲ ਉਸਤਤ ਦੇ ਸ਼ੁਰੂਆਤ ਦੇ ਵਿੱਚ ਹੀ ਸਤਿਗੁਰੂ ਜੀ ਫਰਮਾਉਂਦੇ ਹਨ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਿਆ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੇ। ਕਈ ਲਿਖਾਰੀ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਬਾਟੇ ਵਿੱਚ ਤਲਵਾਰ ਫੇਰ ਕੇ ਬਣਾਇਆ ਅੰਮ੍ਰਿਤ, ਕਈ ਲਿਖਦੇ ਹਨ ਕਿ ਕਰਦ ਫੇਰੀ, ਪਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਹਿਲੀ ਵਾਰ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕੀਤਾ। ਸੋ ਸਤਿਗੁਰੂ ਜੀ ਬਾਟੇ ਦੇ ਵਿੱਚ ਸੁੱਚਾ ਜਲ ਪਾਇਆ ਤੇ ਪਤਾਸੇ ਵੀ ਆਪ ਹੀ ਪਾਏ। ਸੋ ਦੂਜੀ ਚੀਜ਼ ਮੰਤਰ, ਜਾਣੀ ਕਿ ਬਾਣੀਆਂ ਪੜੀਆਂ। ਇਤਿਹਾਸ ਦੇ ਵਿੱਚ 3 ਬਾਣੀਆਂ ਦਾ ਜ਼ਿਕਰ ਆਉਂਦਾ ਹੈ, ਜਾਪ ਸਾਹਿਬ, ਸਵਈਏ, ਆਨੰਦ। ਪਰ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਸਭ ਤੋਂ ਪਹਿਲਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਤਿਆਰ ਕੀਤਾ। ਫਿਰ ਬਾਰੀ ਆਉਂਦੀ ਹੈ ਤੰਤਰ। ਤੰਤਰ ਕੀ ਹੈ? ਜਾਣੀ ਕਿ
ਤਰਾਟਕ ਸ਼ਕਤੀ, ਇੱਕ ਟੱਕ ਅੰਮ੍ਰਿਤ ਤੇ ਦ੍ਰਿਸ਼ਟੀ ਪਾਈ, ਯਾਨੀ ਕਿ ਅੰਮ੍ਰਿਤ ਦੇ ਉੱਪਰ ਹੀ ਦ੍ਰਿਸ਼ਟੀ ਰੱਖਣੀ, ਇੱਧਰ ਉੱਧਰ ਨਹੀਂ ਦੇਖਣਾ। ਇਸ ਤਰ੍ਹਾਂ ਅੰਮ੍ਰਿਤ ਨੂੰ ਤਿਆਰ ਕੀਤਾ। ਇੱਥੇ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਕਈ ਲਿਖਾਰੀ ਇਸ ਤਰ੍ਹਾਂ ਲਿਖਦੇ ਹਨ ਕਿ ਮਾਤਾ ਸਾਹਿਬ ਦੇਵਾਂ ਜੀ ਨੇ ਅੰਮ੍ਰਿਤ ਦੇ ਵਿੱਚ ਪਤਾਸੇ ਪਾਏ, ਜਦ ਕਿ ਮਾਤਾ ਜੀ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ 1 ਸਾਲ ਤੇ 17 ਦਿਨ ਅੰਮ੍ਰਿਤ ਤਿਆਰ ਕਰਨ ਤੋਂ ਬਾਅਦ ਆਏ ਹਨ। ਸੋ ਮਾਤਾ ਜੀ ਨੇ ਪਹਿਲੇ ਹੀ ਕਿਸ ਤਰ੍ਹਾਂ ਆ ਕੇ ਪਤਾਸੇ ਪਾ ਦਿੱਤੇ। ਬਾਕੀ ਇਹ ਚਿੜੀਆਂ ਦੀ ਗੱਲ ਕਿ ਚਿੜੀਆਂ ਨੇ ਅੰਮ੍ਰਿਤ ਦੇ ਵਿੱਚ ਚੁੰਝਾਂ ਮਾਰ ਲਈਆਂ, ਇਹ ਵੀ ਇੱਕ ਹਾਸੋਹੀਣੀ ਗੱਲ ਹੈ। ਇੰਨੀ ਸੁੱਚੀ ਤੇ ਪਵਿੱਤਰ ਚੀਜ਼ ਦੇ ਵਿੱਚ ਚਿੜੀਆਂ ਜੋ ਸੁੰਡੀਆਂ ਤਾਂ ਗੰਦ ਫੋਲਦੀਆਂ ਹਨ, ਉਹਨਾਂ ਨੇ ਆ ਕੇ ਆਪਣੀਆਂ ਉਹ ਗੰਦੀਆਂ ਚੁੰਝਾਂ ਅੰਮ੍ਰਿਤ ਦੇ ਵਿੱਚ ਪਾ ਦਿੱਤੀਆਂ। ਇਹ ਵੀ ਗੱਲ ਬਿਲਕੁਲ ਹੀ ਹਾਸੋਹੀਣੀ ਤੇ ਗਲਤ ਹੈ। ਸੋ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਕੱਪੜੇ ਦੇ ਨਾਲ ਢੱਕ ਦਿੱਤਾ। ਸ੍ਰੀ ਸਤਿਗੁਰੂ ਜੀ ਆਪਣੇ ਸਿੰਘਾਸਣ ਤੋਂ ਉੱਠੇ ਤੇ ਆਪਣੀ ਸ੍ਰੀ ਸਾਹਿਬ ਜੋ ਸ਼ਕਤੀ ਮਾਤਾ ਨੇ ਦਿੱਤੀ ਸੀ, ਮਿਆਨ ਚੋਂ ਕੱਢ ਕੇ ਹਵਾ ਦੇ ਵਿੱਚ ਲਹਿਰਾਉਂਦੇ ਹਨ ਤੇ ਫਰਮਾਉਂਦੇ ਹਨ ਕਿ ਅੱਜ ਮੇਰੀ ਤਲਵਾਰ ਇੱਕ ਸੀਸ ਮੰਗ ਰਹੀ ਹੈ ਕੋਈ ਜੋ ਮੇਰੀ ਤਲਵਾਰ ਦੀ ਪਿਆਸ ਮਿਟਾ ਸਕੇ। ਸਾਰੀ ਸੰਗਤ ਦੇ ਵਿੱਚ ਇੱਕ ਸਨਾਟਾ ਛਾ ਗਿਆ। ਇਸ ਤਰ੍ਹਾਂ ਦੀ ਮੰਗ ਕਿਸੇ ਨੇ ਵੀ ਅੱਜ ਤੱਕ ਨਹੀਂ ਕੀਤੀ। ਸਤਿਗੁਰੂ ਜੀ ਨੇ ਫਿਰ ਸੀਸ ਦੀ ਮੰਗ ਕੀਤੀ ਤੇ ਸ੍ਰੀ ਸਤਿਗੁਰੂ ਜੀ ਨੇ ਆਪ ਹੀ ਕਿਰਪਾ ਕੀਤੀ ਤੇ ਦਇਆ ਰਾਮ ਉੱਠਿਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰਾ ਸੀਸ ਹਾਜ਼ਰ ਹੈ। ਜਦੋਂ ਦਾ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਹਾਂ, ਉਦੋਂ ਤੋਂ ਹੀ ਮੈਂ ਆਪਣਾ ਸਭ ਕੁਝ ਆਪ ਜੀ ਦੇ ਅਰਪਣ ਕਰ ਦਿੱਤਾ ਸੀ। ਅਤੇ ਬਾਣੀ ਦਾ ਵੀ ਇਹੀ ਸਿਧਾਂਤ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜਾਂ ਇਸ ਤਰ੍ਹਾਂ ਵੀ ਲਿਖਿਆ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਜ਼, ਹੋ ਸਬਨ ਕੀ ਰੇਨਕਾ, ਤਉ ਆਓ ਹਮਾਰੇ ਪਾਸ। ਤੇ ਇਹ ਗੱਲ ਕਹਿਣੀ ਕਿ ਉਸ ਵੇਲੇ ਦੇ ਜਿਹੜੇ ਉਹ ਸਿੱਖ ਸਨ, ਉਹ ਡਰਦੇ ਡਰਦੇ ਉੱਠੇ ਸਨ ਜਾਂ ਉਹਨਾਂ ਨੇ ਡਰਦੇ ਡਰਦੇ ਆਪਣੇ ਸੀਸ ਦਿੱਤੇ ਸਨ, ਇਹ ਬਿਲਕੁਲ ਗਲਤ ਗੱਲ ਹੈ, ਕਿਉਂਕਿ ਗੁਰਬਾਣੀ ਦਾ ਸਿਧਾਂਤ ਨਹੀਂ ਹੈ। ਗੁਰਬਾਣੀ ਦਾ ਸਿਧਾਂਤ ਇਸ ਤਰ੍ਹਾਂ ਹੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ। ਜਿਹੜਾ ਗੁਰਬਾਣੀ ਦੇ ਉੱਪਰ ਜਿਹੜਾ ਵੀ ਸਿੱਖ ਚੱਲਦਾ ਹੈ, ਉਹਨੂੰ ਇਸ ਚੀਜ਼ ਤੋਂ ਬਿਲਕੁਲ ਨਹੀਂ ਡਰ ਲੱਗਦਾ, ਉਹਨੂੰ ਮੌਤ ਦਾ ਬਿਲਕੁਲ ਨਹੀਂ ਡਰ ਹੁੰਦਾ। ਤੇ ਸਤਿਗੁਰੂ ਜੀ ਨੇ ਇੱਕ ਹੀ ਝਟਕੇ ਨਾਲ ਦਇਆ ਰਾਮ ਜੀ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ, ਸਾਰੀ ਸੰਗਤ ਦੇ ਸਾਹਮਣੇ। ਬਸ ਫੇਰ ਕੀ ਸੀ, ਸੰਗਤ ਦੇ ਵਿੱਚ ਭਾਜਣਾ ਪੈ ਗਈਆਂ। ਜੋ ਡਰਾਕਲ ਸਨ ਉਹ ਨੱਠਣੇ ਸ਼ੁਰੂ ਹੋ ਗਏ। ਇੱਥੇ ਇੱਕ ਗੱਲ ਹੋਰ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਉੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਤੰਬੂ ਨਹੀਂ ਸੀ। ਜੋ ਕੁਝ ਵੀ ਹੋ ਰਿਹਾ ਸੀ ਉਹ ਸਾਰਿਆਂ ਦੇ ਸਾਹਮਣੇ ਹੀ ਹੋ ਰਿਹਾ ਸੀ। ਫਿਰ ਸਤਿਗੁਰੂ ਜੀ ਨੇ ਖੂਨ ਨਾਲ ਲਿਬੜੀ ਹੋਈ ਤਲਵਾਰ ਫਿਰ ਹਵਾ ਦੇ ਵਿੱਚ ਲਹਿਰਾਈ ਤੇ ਫਿਰ ਇੱਕ ਸੀਸ ਦੀ ਮੰਗ ਕੀਤੀ ਤੇ ਹੋਰ ਵੀ ਡਰਾਕਲਾਂ ਦੀ ਭੱਜ ਦੌੜ ਹੋਣ ਲੱਗੀ। ਤੇ ਫਿਰ ਧਰਮਰਾਜ ਉੱਠਿਆ ਤਾਂ ਸਤਿਗੁਰੂ ਜੀ ਨੇ ਉਸ ਦਾ ਵੀ ਇੱਕੋ ਹੀ ਵਾਰ ਦੇ ਨਾਲ ਸੀਸ ਧੜਨਾ ਨੂੰ ਅਲੱਗ ਕਰ ਦਿੱਤਾ। ਸਤਿਗੁਰੂ ਜੀ ਨੇ ਫਿਰ ਇੱਕ ਸੀਸ ਦੀ ਮੰਗ ਕੀਤੀ ਤੇ ਹਿੰਮਤ ਰਾਏ ਉੱਠਿਆ ਤੇ ਉਸ ਦਾ ਵੀ ਸਿਰ ਕਲਮ ਕਰ ਦਿੱਤਾ। ਫਿਰ ਇੱਕ ਹੋਰ ਸੀਸ ਦੀ ਮੰਗ ਕੀਤੀ ਤੇ ਮੋਹਕਮ ਚੰਦ ਉੱਠਿਆ। ਸਤਿਗੁਰੂ ਜੀ ਨੇ ਉਸ ਦਾ ਵੀ ਸੀਸ ਅਲੱਗ ਕਰ ਦਿੱਤਾ ਤੇ ਪੰਜਵੀਂ ਵਾਰ ਫਿਰ ਸੀਸ ਦੀ ਮੰਗ ਸਤਿਗੁਰੂ ਜੀ ਨੇ ਕੀਤੀ ਤੇ ਸਾਹਿਬ ਚੰਦ ਉੱਠਿਆ ਤੇ ਉਸ ਦਾ ਵੀ ਸਿਰ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਹੀ ਇੱਕੋ ਹੀ ਵਾਰ ਦੇ ਨਾਲ ਧੜ ਨਾਲੋਂ ਅਲੱਗ ਕਰ ਦਿੱਤਾ। ਫਿਰ ਇਹਨਾਂ ਪੰਜਾਂ ਸਿੱਖਾਂ ਦੇ ਨਾਮ ਦਾ ਅਸੀਂ ਭਾਵ ਦੇਖੀਏ ਕਿ ਦਇਆ ਤੋਂ ਬਗੈਰ ਕੋਈ ਵੀ ਧਰਮ ਨਹੀਂ ਹੋ ਸਕਦਾ। ਦਇਆ ਪਹਿਲਾਂ ਆਉਂਦੀ ਹੈ, ਉਸ ਤੋਂ ਬਾਅਦ ਧਰਮ ਆਉਂਦਾ ਹੈ। ਜੇ ਦਇਆ ਨਹੀਂ ਹੈ ਤੇ ਧਰਮ ਨਹੀਂ ਹੈ। ਤੌਲ ਧਰਮ ਦਇਆ ਕਾ ਪੂਤ, ਜਾਣੀ ਕਿ ਜੇ ਦਇਆ ਹੈ ਤੇ ਧਰਮ ਹੈ, ਜੇ ਦਇਆ ਨਹੀਂ ਹੈ ਤੇ ਧਰਮ ਨਹੀਂ ਹੈ। ਸੋ ਸਭ ਤੋਂ ਪਹਿਲਾਂ ਦਇਆ ਰਾਮ ਉੱਠਿਆ, ਜਾਣੀ ਕਿ ਦਇਆ ਚਾਹੀਦੀ ਸੀ। ਫਿਰ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਦਇਆ ਆ ਗਈ ਤੇ ਉਸ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਧਰਮ ਰਾਮ ਨੂੰ ਉਠਾਇਆ, ਜਾਣੀ ਕਿ ਦਇਆ ਆ ਗਈ ਤੇ ਫਿਰ ਧਰਮ ਵੀ ਆ ਗਿਆ। ਹੁਣ ਦਇਆ ਵੀ ਆ ਗਈ, ਧਰਮ ਵੀ ਆ ਗਏ। ਹੁਣ ਇਹਨਾਂ ਵਾਸਤੇ ਹਿੰਮਤ ਚਾਹੀਦੀ ਸੀ। ਬਿਨਾਂ ਹਿੰਮਤ ਤੋਂ ਕੁਝ ਵੀ ਨਹੀਂ ਹੁੰਦਾ। ਤਾਂ ਕਰਕੇ ਉਸ ਤੋਂ ਬਾਅਦ ਫਿਰ ਹਿੰਮਤ ਰਾਏ ਨੂੰ ਉਠਾਇਆ। ਫਿਰ ਇਸ ਤਰ੍ਹਾਂ ਚਾਹੀਦਾ ਸੀ ਕਿ ਹਿੰਮਤ, ਦਇਆ ਵੀ ਆ ਗਈ, ਧਰਮ ਵੀ ਆ ਗਈ, ਹਿੰਮਤ ਵੀ ਆ ਗਈ। ਹੁਣ ਚਾਹੀਦਾ ਸੀ ਕਿ ਆਪਣੇ ਲਫ਼ਜ਼ ਤੇ, ਆਪਣੀ ਗੱਲ ਤੇ ਇਹ ਦ੍ਰਿੜ ਰਹਿਣ। ਤਾਂ ਫਿਰ ਚਾਹੀਦਾ ਸੀ ਮੋਹਕਮ।
ਉਹ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਫਿਰ ਮੋਹਕਮ ਚੰਦ ਨੂੰ ਉਠਾਇਆ। ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਆ ਗਿਆ, ਦਇਆ ਵੀ ਆ ਗਈ, ਧਰਮ ਵੀ ਆ ਗਿਆ, ਹਿੰਮਤ ਵੀ ਆ ਗਈ, ਮੋਹਕਮ ਵੀ ਆ ਗਿਆ, ਦ੍ਰਿੜਤਾ ਵੀ ਆ ਗਈ, ਤਾਂ ਫਿਰ ਇਹਨਾਂ ਨੂੰ ਕੀ ਚਾਹੀਦੀ ਸੀ? ਸਾਹਿਬੀ। ਤਾਂ ਫਿਰ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਚੰਦ ਨੂੰ ਉਠਾਇਆ। ਫਿਰ ਸਤਿਗੁਰੂ ਜੀ ਨੇ ਸਾਰਿਆਂ ਦੇ ਸੀਸ ਧੜਾਂ ਦੇ ਨਾਲ ਅਦਲਾ ਬਦਲੀ ਕਰਕੇ ਜੋੜ ਦਿੱਤੇ ਤੇ ਅੰਮ੍ਰਿਤ ਦਾ ਛਿੱਟਾ ਦੇ ਕੇ ਪੰਜਾਂ ਨੂੰ ਫਿਰ ਸੁਰਜੀਤ ਕਰ ਦਿੱਤਾ। ਕਈ ਲੋਕ ਇਹ ਵਿਚਾਰ ਕਰਦੇ ਹਨ ਤੇ ਸਵਾਲ ਵੀ ਕਰਦੇ ਹਨ ਕਿ ਮਰਿਆ ਹੋਇਆ ਇਨਸਾਨ ਸੁਰਜੀਤ ਜਾਂ ਜ਼ਿੰਦਾ ਕਿਸ ਤਰ੍ਹਾਂ ਹੋ ਸਕਦਾ ਹੈ, ਪਰ ਉਹ ਨਹੀਂ ਜਾਣਦੇ ਸਤਿਗੁਰ ਦੀ ਸ਼ਕਤੀ ਨੂੰ। ਸਤਿਗੁਰ ਵਾਸਤੇ ਕੁਝ ਵੀ ਅਸੰਭਵ ਨਹੀਂ ਹੈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਇੱਥੇ ਬੜੇ ਧਿਆਨ ਦੇ ਨਾਲ ਅਸੀਂ ਵਿਚਾਰ ਕਰੀਏ। ਇੱਥੇ ਲਿਖਿਆ ਹੈ ਮਿਰਤਕ, ਜਾਣੀ ਕਿ ਜਿਹੜਾ ਮਰਿਆ ਹੋਇਆ, ਉਸ ਦੇ ਅੰਦਰ ਸਾਸਾ ਭਾਵ ਸਾਹ ਭਰ ਦਿੱਤਾ। ਇੱਥੇ ਆਤਮਾ ਦੇ ਨਾਲ ਨਹੀਂ ਹੈ ਕਿ ਸਤਿਗੁਰ ਨੇ ਉਹਦੇ ਵਿੱਚ ਆਤਮਾ ਪਾ ਦਿੱਤੀ ਜਾਂ ਆਤਮਾ ਨੂੰ ਉਜਾਗਰ ਕਰਤਾ, ਉਹਨੂੰ ਜ਼ਿੰਦਾ ਕਰ ਦਿੱਤਾ। ਕਈ ਵਾਰ ਕਈ ਸਾਡੇ ਪ੍ਰਚਾਰਕ ਉਸ ਚੱਕਰ 'ਚ ਆ ਜਾਂਦੇ ਹਨ। ਇੱਥੇ ਸਾਹ ਦੀ ਗੱਲ ਹੋ ਰਹੀ ਹੈ। ਮਿਰਤਕ ਕੋ ਜਿਹੜਾ ਹੈ ਪਾਇਓ ਤਨ, ਉਹਦੇ ਤਨ ਜਾਣੀ ਕਿ ਸਰੀਰ, ਉਹਦੀ ਬਾਡੀ ਦੇ ਵਿੱਚ ਸਾਹ ਪਾ ਦਿੱਤਾ। ਇੱਥੋਂ ਪਤਾ ਲੱਗਦਾ ਹੈ ਮਿਰਤਕ ਕੋ ਪਾਇਓ ਤਨ ਸਾਸਾ। ਸਤਿਗੁਰੂ ਜੀ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ। ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਮਿਰਤਕ ਕੋ ਜਵਾਲਣਹਾਰ। ਸਿੱਧਾ ਹੀ ਇਹਦਾ ਫੇਸ ਸਿੱਧਾ ਹੀ ਹੈ ਕਿ ਜਿਹੜਾ ਸਤਿਗੁਰ ਹੈ ਉਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਜਿਹੜਾ ਮਰਿਆ ਵੀ ਹੁੰਦਾ ਉਸ ਨੂੰ ਉਹ ਜ਼ਿੰਦਾ ਕਰ ਸਕਦਾ ਹੈ। ਫਿਰ ਪੰਜਾਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਨੂੰ ਚਿੱਟੇ ਬਸਤਰ ਪਵਾਏ। ਇਹ ਤੁਸੀਂ ਤਵਾਰੀਖ ਖਾਲਸਾ ਜੋ ਗਿਆਨੀ ਗਿਆਨ ਸਿੰਘ ਜੀ ਦੀ ਲਿਖੀ ਹੋਈ ਹੈ ਉਹਦੇ ਵਿੱਚੋਂ ਵੀ ਤੁਸੀਂ ਇਦਾਂ ਹੀ ਪੜ੍ਹ ਸਕਦੇ ਹੋ ਕਿ ਉਸ ਵੇਲੇ ਉਹਨਾਂ ਨੂੰ ਚਿੱਟੇ ਬਸਤਰ ਪਵਾਏ ਗਏ ਤੇ ਅੰਮ੍ਰਿਤ ਦੀ ਫੇ ਉਹਨਾਂ ਨੂੰ ਦਾਤ ਬਖਸ਼ੀ। 5 ਚੋਲੇ ਬੁੱਕ ਵਿੱਚ ਪਾਏ ਪੀਣ ਵਾਸਤੇ, 5 ਵਾਰੀ ਕੇਸਾਂ ਦੇ ਵਿੱਚ ਛਿੱਟੇ ਮਾਰੇ, ਫਿਰ 5 ਵਾਰੀ ਅੱਖਾਂ ਦੇ ਵਿੱਚ ਛਿੱਟੇ ਪਾਏ ਤੇ ਨਾਲ ਫਤਿਹ ਦਾ ਉਚਾਰਨ ਕੀਤਾ ਕਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਉਹਨਾਂ ਦੇ ਫਿਰ ਜੋ ਨਾਮ ਸਨ ਸਿੰਘ ਰੱਖ ਦਿੱਤੇ, ਜਿਸ ਤਰ੍ਹਾਂ ਕਿ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਤੇ ਫਿਰ ਸਤਿਗੁਰੂ ਜੀ ਨੇ ਪੰਜਾਂ ਪਾਸੋਂ ਆਪ ਵੀ ਅੰਮ੍ਰਿਤ ਛਕਿਆ ਤੇ ਆਪਣਾ ਨਾਮ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖ ਦਿੱਤਾ। ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਲਿਖਦੇ ਹਨ, ਇਹ ਭਾਈ ਗੁਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੀ ਹੋਏ ਹਨ ਤੇ ਉਹਨਾਂ ਦੀਆਂ ਇਹਨਾਂ ਤੁਕਾਂ ਦੇ ਵਿੱਚ ਕਾਫੀ ਇਤਿਹਾਸ ਦਾ ਪਤਾ ਲੱਗਦਾ ਹੈ। ਉਹ ਲਿਖਦੇ ਹਨ, ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਪੀਓ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹਦੇ ਵਿੱਚ ਜੇ ਅਸੀਂ ਤੀਸਰੀ ਤੁਕ ਦੇ ਉੱਪਰ ਨਜ਼ਰ ਮਾਰੀਏ, ਸਤਿਗੁਰੂ ਜੀ ਫਰਮਾਉਂਦੇ ਹਨ ਕਿ ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ। ਇਹ ਜਿਹੜੀ ਕਾਲਕਾ ਹੈ ਇਹਦੇ ਵਿੱਚ ਲਿਖਿਆ ਹੈ, ਜਿਸ ਦਾ ਜ਼ਿਕਰ ਇਹਦੇ ਵਿੱਚ ਆ ਰਿਹਾ ਹੈ, ਉਹ ਕਿਹੜੀ ਹੈ? ਸੱਚੇ ਪਾਤਸ਼ਾਹ ਨੇ ਕਿਹੜੀ ਕਾਲਕਾ ਨੂੰ ਉਹਨਾਂ ਨੇ ਮਨਾਇਆ ਸੀ, ਕਿਸ ਦਾ ਸਿਮਰਨ ਕੀਤਾ ਸੀ ਇੱਥੇ? ਇਹ ਕਾਲਕਾ ਉਹੀ ਹੈ ਜਿਸ ਬਾਰੇ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਬਚਿੱਤਰ ਨਾਟਕ ਦੇ ਵਿੱਚ ਵੀ ਫਰਮਾਉਂਦੇ ਹਨ ਕਿ ਮਹਾਕਾਲ ਕਾਲਕਾ ਆਰਾਧੀ। ਉਹ ਜਿਹੜੀ ਕਾਲਕਾ ਸ਼ਕਤੀ ਦਾ ਆਰਾਧਨ ਕੀਤਾ ਸੀ, ਉਸ ਦਾ ਇਸ ਦੇ ਵਿੱਚ, ਇਸ ਤੁਕ ਦੇ ਵਿੱਚ ਸੰਕੇਤ ਦਿੱਤਾ ਗਿਆ ਹੈ। ਔਰ ਇੱਥੇ ਅਖੀਰ ਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਕਿ ਆਪ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਫਿਰ ਲਈ। ਫਿਰ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਹੀ ਮਰਿਆਦਾ ਵੀ ਦੱਸਦੇ ਹਨ ਸਿੱਖਾਂ ਵਾਸਤੇ। ਲਿਖਦੇ ਹਨ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ, ਨਿਸ਼ਾਨੇ ਸਿੱਖੀ ਇਹ ਅਰਫ 5 ਕਾਫ, ਹਰਗਿਜ਼ ਨਾ ਬਾਸ਼ਿਦ ਇਹ 5 ਮਾਫ, ਕੜਾਕਾਰ ਦੋ ਕਸ਼ ਕੰਗਾ ਬਿਦਾ, ਬਿਲਾ ਕੇਸ ਹੇਚ ਹਸਤ ਜੁਮਲਾ ਨਿਸ਼ਾਨ, ਹਰਫ ਹਾਏ ਕਾਤ ਹਸਤ ਇਹ 5 ਕਾਫ, ਬਿਦਾ ਨੰਦ ਬਾਵਰ ਨ ਗੋਇਮ ਖਿਲਾਫ, ਹੁੱਕਾ ਹਜਾਮਤ ਹਲਾਲੋ ਹਰਾਮ, ਬਚੀਸੇ ਹਿਨਾ ਕਰਦਰੂ ਸਿਆਹ ਫਾਮ। ਕਿ ਮੇਰਾ ਸਿੱਖ 5 ਕਕਾਰਾਂ ਵਾਲਾ ਹੋਵੇਗਾ, ਜਿਸ ਤਰ੍ਹਾਂ ਕਿ ਕੜਾ, ਕਿਰਪਾਨ, ਕੇਸ, ਕੰਗਾ, ਕਸ਼ਹਿਰਾ। ਤੇ ਇਸ ਦੇ ਨਾਲ ਇਸ ਤਰ੍ਹਾਂ ਵੀ ਲਿਖ ਦਿੱਤਾ ਕਿ ਇਹ ਜ਼ਰੂਰ ਹੀ ਹਰ ਸਿੱਖ ਵਾਸਤੇ ਹੈ। ਹੁੱਕਾ ਨਹੀਂ ਪੀਣਾ, ਕੇਸ ਨਹੀਂ ਕੱਟਣੇ ਆਦਿ।
ਸ੍ਰੀ ਸਤਿਗੁਰੂ ਜੀ ਨੇ ਹੋਰ ਵੀ ਬਹੁਤ ਕਿਰਪਾ ਕੀਤੀ। ਸਾਡੇ ਜੀਵਨ ਸਫਲਾ ਕਰਨ ਵਾਸਤੇ ਹੋਰ ਵੀ ਕਈ ਆਦੇਸ਼ ਦਿੱਤੇ, ਮਰਿਆਦਾ ਦੱਸੀਆਂ। ਹੋਰ ਅੱਗੇ ਇਤਿਹਾਸ ਬਹੁਤ ਲੰਬਾ ਹੈ, ਸੋ ਮੈਂ ਇੱਥੇ ਹੀ ਆਪਣੀਆਂ ਗਲਤੀਆਂ ਦੀ ਆਪ ਸਾਧ ਸੰਗਤ ਤੋਂ ਖਿਮਾ ਮੰਗਦਾ ਹਾਂ। ਸਤਿ ਸ੍ਰੀ ਅਕਾਲ।